बठिंडा जिला उस पिंड विच एक कस्बा है, उत्थे खड़े हाँ और असीं वेख रहे हैं कि चारे पासे किसानों के ट्रैक्टर ही ट्रैक्टर जिहड़े विकाऊ होने वास्ते आए। जिवें अगे मੱਝਾਂ गाइयां की मंडी लगती सी, हुण ट्रैक्टर की मंडी लगती है। तुहाडा शुभ नाम की है? कुलतार सिंह जी, तुसीं ट्रैक्टर वेचण आए हो कि तुसीं सौदे कराउने हो? ਅਸੀਂ ਸੌਦੇ ਕਰਾਉਂਦੇ। अच्छा, क्यों बेच रहे इन्ने ट्रैक्टर लोग? ਇਹ ਆਉਂ ਵੇਚ ਰਹੇ ਆ ਜੀ। ਅੱਗੇ ਜ਼ਿਮੀਂਦਾਰ ਆਪਣਾ ਫਸਲ ਦੇ ਵਿੱਚ ਫਸਲ ਆਪਣੀ ਸਹੀ ਹੁੰਦੀ ਸੀ ਔਰ ਸਹੀ ਹੋ ਜਾਂਦਾ ਸੀ। ਹੁਣ ਫਸਲ ਦੇ ਵਿੱਚ ਆਪਾਂ ਡਾਊਨ ਹੋਈ ਬੈਠੇ ਆ, ਜਿਹਦੇ ਵਿੱਚ ਤੇ ਆਪਾਂ ਧੀ ਭੈਣ ਦਾ ਵਿਆਹ ਵੀ ਕਰਨਾ ਹੁੰਦਾ ਤੇ ਆੜਤੀਆਂ ਦੇ ਪੈਸੇ ਆਪਣੇ ਸਿਰ ਰੱਖੀ ਆ ਰਹਿ ਨਹੀਂ ਰਹੇ। ਇਹਦਾ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਕਿਸਾਨ ਆਰਥਿਕ ਪੱਖੋਂ ਖੁਸ਼ਹਾਲ ਨਹੀਂ, ਇਸ ਕਰਕੇ ਵੇਚ ਰਹੇ? ਤੁਹਾਡਾ ਨਾਮ ਕੀ ਹੈ? ਅਜੈਬ ਸਿੰਘ। ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਇਹਦੇ ਵਿੱਚ ਇਹੀ ਹੈ ਜੀ, ਅੱਜ ਕੱਲ੍ਹ ਦੇ ਜ਼ਮਾਨੇ 'ਚ ਜਿਵੇਂ ਹਰ ਇੱਕ ਬੰਦਾ ਵਪਾਰੀ ਹੈ। ਮਤਲਬ ਵੀ ਇੱਕ ਟਰੈਕਟਰ ਲੈ ਲਿਆ, ਜੇ ਉਹ 2000 ਰੁਪਇਆ ਦੇ ਗਿਆ ਤਾਂ ਦੂਸਰਾ ਬੰਦਾ ਕਹਿੰਦਾ ਵੀ ਚਲ ਆਪਾਂ ਇੱਕ ਲੈ ਲਈਏ। ਅੱਛਾ, ਤੇ ਪ੍ਰੋਫਿਟ ਵੀ ਕੱਢਦੇ ਹੋ? ਦੂਸਰਾ ਇਹ ਹੁੰਦਾ ਵੀ ਅਗਲੇ ਜ਼ਿਮੀਂਦਾਰ ਨੇ ਜਿਵੇਂ ਹੁਣ ਕੰਮ ਨਹੀਂ ਵੀ ਹੁਣ ਵੇਚਤਾ, ਜਦੋਂ ਗਾਂ ਕੰਮ ਆਇਆ ਫੇਰ ਲੈ ਲਾਂਗੇ, ਉਹਨਾਂ ਕਰੇ ਇਹ ਪੈਸੇ ਕਿਸੇ ਹੋਰ ਕੰਮ ਤੇ ਲਾ ਲਾਂਗੇ। ਸਰਦਾਰ ਜਗਦੇਵ ਸਿੰਘ ਜੱਸੋਵਾਲ ਸਾਡੇ ਨਾਲ ਨੇ, ਪੰਜਾਬੀਅਤ ਦੇ ਦਰਦੀ ਨੇ ਔਰ ਪੰਜਾਬਾਂ ਦੇ ਲੋਕ ਨਾਇਕ ਨੇ। ਜੱਸੋਵਾਲ ਸਾਹਿਬ, ਤੁਸੀਂ ਇਸ ਬਾਰੇ ट्रैक्टर ਇੰਨੇ ਵਿਕਾਊ ਹੈ ਔਰ ਕਿਸਾਨ ਜਿੱਥੇ ਮੰਡੀਆਂ 'ਚ ਰੋਲ ਰਿਹਾ, ਮੈਂ ਸਮਝਦਾ ਕਿ ਇੱਥੇ ਵੀ ਉਹਨਾਂ ਦਾ ਇਸ ਤਰ੍ਹਾਂ ਦਾ ਹੀ ਹਾਲ ਹੋਊਗਾ। ਉਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ? ਅਸਲ ਵਿੱਚ ਇਹ ਪੰਜਾਬ ਦੀ ਇਹ ਤਰਾਸਦੀ ਹੈ ਕਿ ਅਸੀਂ ਮੌਕੇ ਦੇ ਮੁਤਾਬਕ ਨਹੀਂ ਚੱਲਦੇ। ਆਮ ਤੌਰ 'ਤੇ ਸ਼ਿਕਾਇਤ ਹੈ ਇਤਿਹਾਸਕਾਰਾਂ ਨੂੰ ਕਿ ਪੰਜਾਬ ਦੇ ਲੋਕ ਇਤਿਹਾਸ ਸਿਰਜਦੇ ਜ਼ਰੂਰ ਨੇ, ਸਾਂਭਦੇ ਨਹੀਂ। ਜ਼ਿਮੀਂਦਾਰ ਬਹੁਤ ਵੱਡਾ ਅੰਨਦਾਤਾ ਰਿਹਾ। ਹੁਣ ਜਿਵੇਂ ਇਹਨਾਂ ਨੇ ਦੱਸਿਆ ਕਿ ਜ਼ਮੀਨਾਂ ਤਾਂ ਘੱਟ ਰਹੀਆਂ ਨੇ, ਬੰਦੇ ਵੱਧ ਰਹੇ ਨੇ, ਲੋਕ ਹੱਥੀਂ ਕੰਮ ਕਰਨਾ ਨਹੀਂ ਚਾਹੁੰਦੇ, ਮਸ਼ੀਨੀ ਦੇ ਰਾਹੀਂ ਕਰਨਾ ਚਾਹੁੰਦੇ ਨੇ। ਮਸ਼ੀਨੀ ਦੇ ਕੋਲ ਸਾਰਾ ਸਾਲ ਕੰਮ ਕਰਨ ਵਾਸਤੇ ਗੁੰਜਾਇਸ਼ ਨਹੀਂ, ਨੰਬਰ 1। ਨੰਬਰ 2 ਇਹ ਹੈ ਵੀ ਬੈਂਕਾਂ ਲੋਨ ਦੇ ਰਹੀਆਂ ਨੇ, ਖੁੱਲ੍ਹੇ ਲੋਨ ਦੇ ਰਹੀਆਂ ਨੇ। ਇੱਕ ਅੱਗੇ ਤਾਂ ਜਿਵੇਂ ਆੜ੍ਹਤੀਏ ਕਿਸਾਨਾਂ ਨੂੰ ਟਰੈਪ ਦੇ ਵਿੱਚ ਲੈਂਦੇ ਸੀ, ਹੁਣ ਸਰਕਾਰਾਂ ਟਰੈਪ ਦੇ ਵਿੱਚ ਲੈਂਦੀਆਂ ਨੇ। ਉਹ ਫਟਾਫਟ ਲੋਨ ਦੇ ਰਹੀਆਂ ਨੇ ਔਰ ਜ਼ਿਮੀਂਦਾਰ ਇਹ ਤਾਂ ਸਮਝਦੇ ਨਹੀਂ ਕਿ ਸਾਨੂੰ ਇੰਨੀ ਲੋੜ ਨਹੀਂ, ਥੋੜ੍ਹੀ ਜ਼ਮੀਨ ਹੈ ਉਨੀ ਖੇਤੀ ਕਰੀਏ ਅਤੇ ਉਨੀ ਕੀ ਉਪਜ ਕਰੀਏ। ਉਹ ਲੈ ਕੇ ਵਿੱਚੋਂ ਹੀ ਚਵਾਰਾ ਪਾ ਲੈਂਦੇ ਨੇ, ਵਿੱਚ ਹੀ ਕੁੜੀ ਮੁੰਡੇ ਦਾ ਵਿਆਹ ਕਰ ਦਿੰਦੇ ਨੇ। ਉਹ ਜਦੋਂ ਫਿਰ ਲੈਣ ਆਉਂਦੇ ਨੇ ਕਿਸ਼ਤਾਂ ਮੋੜਨ ਦੇ, ਉਹ ਹੱਥਾਂ ਪੈਰਾਂ ਦੀ ਪੈਂਦੀ ਹੈ, ਉਧਾਰ ਕੋਈ ਦਿੰਦਾ ਨਹੀਂ, ਫਿਰ ਮੰਡੀ ਦੇ ਵਿੱਚ ਟਰੈਕਟਰ ਲੈ ਜਾਂਦੇ ਨੇ। ਤੇ ਇਹ ਕੀ ਇਹ ਵੀ ਹੋ ਸਕਦਾ ਕਿ ਜਿੰਨੀ ਕਿਸਾਨ ਦੀ ਲੋੜ ਨਹੀਂ, ਜੇ ਹੁਣ ਫਰਜ਼ ਕਰ ਲਓ ਕਿਸਾਨ ਨੂੰ ਛੋਟੇ ਟਰੈਕਟਰ ਦੀ ਲੋੜ ਆ ਤੇ ਕਿਸਾਨ ਕਹਿੰਦਾ ਨਹੀਂ ਜੀ ਮੈਂ ਤਾਂ ਦੇਖਾ ਦੇਖੀ ਫੋਰਡ ਲੈਣਾ ਜਾਂ 6811 ਲੈਣਾ, ਕੀ ਇਹ ਵੀ ਹੋ ਰਿਹਾ ਕਿ ਦਿਖਾਵੇ ਤੌਰ ਤੇ ਅਸੀਂ ਲੋਕਾਂ ਨੂੰ ਆਂਢ ਗੁਆਂਢ ਨੂੰ ਪ੍ਰਭਾਵਿਤ ਕਰਨ ਲਈ ਅਸੀਂ ਵੱਡੇ ਟਰੈਕਟਰ ਲੈਂਦੇ ਹਾਂ? ਇਹ ਜਿਹੜਾ ਜ਼ਿਮੀਂਦਾਰ ਵੱਡਾ ਟਰੈਕਟਰ ਲੈਂਦਾ ਜੀ, ਇੱਕ ਦੂਜੇ ਨੂੰ ਦੇਖ ਕੇ ਆਪਦੇ ਪੈਰਾਂ ਤੋਂ ਅੱਗੇ ਚੱਲਦੇ ਆ। ਜੇ ਆਪਾਂ ਨੂੰ ਛੋਟੇ ਟਰੈਕਟਰ ਦੀ ਲੋੜ ਆ ਤੇ ਆਪਾਂ ਛੋਟਾ ਕਿਉਂ ਨਹੀਂ ਲੈਂਦੇ, ਵੱਡਾ ਕਿਉਂ ਲੈਂਦੇ? ਬੜੀ ਮਿਹਰਬਾਨੀ। ਹਾਂ, ਆ ਜਿਹੜੀ ਇਹ ਚੀਜ਼ ਦਾ ਬੜਾ ਅੱਛਾ ਸਵਾਲ ਕਲਸੀ ਸਾਹਿਬ ਨੇ ਉਠਾਇਆ। ਸਰਦਾਰ ਸਾਹਿਬ, ਸਤਿ ਸ਼੍ਰੀ ਅਕਾਲ। ਕਿਹੜਾ ਪਿੰਡ ਹੈ? ਪੰਜ ਗਰਾਈਆਂ। ਗੱਲ ਚੱਲੀ ਸੀ ਵੀ ਕਿਉਂਕਿ ਕਿਸਾਨਾਂ ਕੋਲ ਜ਼ਮੀਨਾਂ ਤਾਂ ਘਟਦੀਆਂ ਜਾਂਦੀਆਂ, ਅੱਗੇ ਕੋਆਪਰੇਟਿਵ ਇੱਕ ਵੇਲੇ ਸਮਾਂ ਚੱਲਿਆ ਸੀ ਕਿ ਪਿੰਡ ਵਿੱਚ 2-4 ਟਰੈਕਟਰ ਹੁੰਦੇ ਸੀ, ਰਲ ਕੇ ਖੇਤੀ ਕਰ ਲੈਂਦੇ। ਕੀ ਉਹ ਉਸ ਤਰ੍ਹਾਂ ਦੇ ਹਾਲਾਤ ਹੁਣ ਨਹੀਂ ਬਣ ਸਕਦੇ? ਹੁਣ ਤੱਕ ਨਾ ਕੋਈ ਦੇਵੇ ਮੰਗੇ ਕਿ ਚੀਜ਼ ਤੇ ਨਾ ਕੋਈ ਮੰਗੇ। ਅੱਛਾ, ਇਹਦਾ ਮਤਲਬ ਲੋਕ ਇੱਕ ਦੂਜੇ ਉੱਤੇ ਨਿਰਭਰ ਨਹੀਂ ਹਨ, ਸੈਲਫ ਡਿਪੈਂਡੈਂਟ ਹੋਣਾ ਚਾਹੁੰਦੇ ਸਾਰੇ। ਪਿਆਰ ਘੱਟ ਗਿਆ ਜੀ। ਹਾਂਜੀ, ਆਹ ਕਹਾਉਣਾ ਚਾਹੁੰਦਾ ਸੀ ਮੈਂ ਕਿ ਆਪਸ ਵਿੱਚ ਅੱਗੇ ਆਪਾਂ ਕਿਸੇ ਦਾ ਬਲਦ ਮੰਗ ਲੈਂਦੇ ਸੀ, ਕਿਸੇ ਨੂੰ ਆਵਤ ਪਾ ਲੈਂਦੇ ਸੀ, ਹੁਣ ਉਹ ਗੱਲਾਂ ਮੇਰੇ ਖਿਆਲ ਰਹੀਆਂ ਨਹੀਂ ਹੈ। ਪੁਰਾਣੀਆਂ ਗੱਲਾਂ ਦਾ, ਪੁਰਾਣੇ ਜ਼ਮਾਨੇ ਵਾਲੀਆਂ ਗੱਲਾਂ ਦਾ ਹੁਣ ਯਾਦ ਆਉਂਦੀਆਂ ਵੈਸੇ ਰਹੀਆਂ। ਬੜੀ ਮਿਹਰਬਾਨੀ। ਚਲੋ ਦੇਖਦੇ ਹਾਂ ਕੀ ਬਣਦਾ।